Hello everyone, you're welcome on the channel. So ਅੱਜ ਅਸੀਂ element of bookkeeping ਦਾ next chapter ਕਰਾਂਗੇ। second term ਦਾ first chapter ਹੈ ਇਹ ਲਾਭ ਰਹਿਤ ਸੰਗਠਨਾਂ ਲਈ ਲੇਖਾ ਵਿਧੀ यानी कि गैर व्यापारिक संगठनों ਲਈ ਲੇਖਾ ਵਿਧੀ ਜਾਂ accounting for not for profit organization। So plus 2 class ਦੇ related ਇਹ video ਆ। So firstly गैर व्यापारिक संगठन की ਹੁੰਦੇ ਆ। ਤਾਂ ਜਦੋਂ ਵੀ ਕੋਈ ਸੰਗਠਨ ਐਸਟੈਬਲਿਸ਼ ਕੀਤਾ ਜਾਂਦਾ ਵਾ ਕੁਝ ਉਹਦੇ ਆਬਜੈਕਟਿਵਸ ਹੁੰਦੇ ਆ, ਚਾਹੇ ਕੋਈ ਵੀ ਸੰਗਠਨ ਹੋਵੇ ਕਿਸੇ ਤਰ੍ਹਾਂ ਦੀ ਹੋਵੇ, ਕੁਝ ਨਾ ਕੁਝ ਆਬਜੈਕਟਿਵਸ ਉਹਨਾਂ ਦੇ ਹੁੰਦੇ ਆ। ਜਦੋਂ ਬਿਜ਼ਨਸ ਕੀਤਾ ਜਾਂਦਾ ਵਾ ਉਸ ਦਾ ਮੇਨ ਆਬਜੈਕਟਿਵ ਹੁੰਦਾ ਵਾ ਪ੍ਰੋਫਿਟ ਅਰਨ ਕਰਨਾ, ਪਰ ਸਾਰੇ ਜਿਹੜੇ ਆਰਗੇਨਾਈਜੇਸ਼ਨਸ ਆ ਉਹ ਪ੍ਰੋਫਿਟ ਲਈ ਰਨ ਨਹੀਂ ਕੀਤੇ ਜਾਂਦੇ, ਪ੍ਰੋਫਿਟ ਲਈ ਨਹੀਂ ਚਲਾਉਂਦੇ ਉਹਨਾਂ ਨੂੰ। ਕੁਝ ਆਰਗੇਨਾਈਜੇਸ਼ਨਸ ਹੁੰਦੇ ਆ ਜਿਨ੍ਹਾਂ ਦਾ ਮੇਨ ਪਰਪਸ ਹੁੰਦਾ ਵਾ ਮਨੋਰੰਜਨ ਕਰਨਾ ਤੇ ਐਜੂਕੇਸ਼ਨ ਪ੍ਰੋਵਾਈਡ ਕਰਨਾ, ਲੋਕਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਨਾ। ਇਹਨਾਂ ਸੰਗਠਨਾਂ ਵਿੱਚ ਜਿਵੇਂ ਮਨੋਰੰਜਨ ਸੰਸਥਾਵਾਂ ਯਾਨੀ ਕਲੱਬ ਵਗੈਰਾ, ਧਾਰਮਿਕ ਸੰਸਥਾਵਾਂ ਯਾਨੀ ਗੁਰਦੁਆਰੇ, ਟੈਂਪਲਸ, ਚਰਚ, ਰਾਜਨੀਤਿਕ ਸੰਸਥਾਵਾਂ ਜਿਵੇਂ ਪੋਲੀਟੀਕਲ ਆਫਿਸਿਸ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨਸ ਜਾਂ ਹਸਪੀਟਲਸ ਹੁੰਦੇ ਆ, ਜਾਂ ਫਿਰ ਮੈਡੀਸਨ ਸੈਂਟਰ ਹੁੰਦੇ ਆ, ਜਾਂ ਫਿਰ ਪੀਪਲ ਵੈਲਫੇਅਰ ਆਰਗੇਨਾਈਜੇਸ਼ਨ ਹੁੰਦੀਆਂ ਜਾਂ ਸੋਸ਼ਲ ਆਰਗੇਨਾਈਜੇਸ਼ਨਸ ਹੁੰਦੀਆਂ ਵਾ। ਇਹ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਦਾ ਇਹਨਾਂ ਦਾ ਆਬਜੈਕਟਿਵ ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ, ਮੇਨ ਆਬਜੈਕਟਿਵ ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ। ਇਹਨਾਂ ਦਾ ਆਬਜੈਕਟਿਵ ਹੁੰਦਾ ਵਾ ਕਿਸੇ ਤਰ੍ਹਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਨਾ। ਇਸ ਕਰਕੇ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਨੂੰ ਗੈਰ ਵਪਾਰਿਕ ਸੰਗਠਨ ਜਾਂ ਲਾਭ ਰਹਿਤ ਆਰਗੇਨਾਈਜੇਸ਼ਨ ਕਿਹਾ ਜਾਂਦਾ। ਇਹਨਾਂ ਸੰਗਠਨਾਂ ਦੇ ਵਿੱਚ ਵੀ, ਇਹਨਾਂ ਆਰਗੇਨਾਈਜੇਸ਼ਨਸ ਦੇ ਵਿੱਚ ਵੀ ਟ੍ਰਾਂਸੈਕਸ਼ਨਸ ਹੁੰਦੀਆਂ ਵਾ, ਐਸੈਟਸ ਇਹ ਪਰਚੇਜ਼ ਕਰਦੇ ਆ, ਆਪਣੇ ਕੋਲ ਮੇਨਟੇਨ ਕਰਦੇ ਆ, ਉਹਨਾਂ ਦਾ ਰਿਕਾਰਡ, ਇਨਕਮ ਰਿਸੀਵ ਕਰਦੇ ਆ, ਐਕਸਪੈਂਡੀਚਰ ਕਰਦੇ ਆ। ਸੋ ਇਹਨਾਂ ਨੂੰ ਵੀ ਸੰਪਤੀਆਂ ਯਾਨੀ ਐਸੈਟਸ, ਲਾਇਬਿਲਿਟੀ, ਐਕਸਪੈਂਸਿਸ ਤੇ ਇਨਕਮ ਰਿਕਾਰਡ ਕਰਨੀਆਂ ਰਹਿੰਦੀਆਂ। ਸੋ ਆਪਾਂ ਜੇ ਨਟਸ਼ੈਲ 'ਚ ਗੱਲ ਕਰੀਏ ਲਾਭ ਰਹਿਤ ਸੰਗਠਨਾਂ ਦਾ ਅਰਥ ਕੀ ਹੋਇਆ। ਗੈਰ ਵਪਾਰਿਕ ਸੰਗਠਨ ਮਤਲਬ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਮੀਨਿੰਗ that organizations which are run for the welfare of people, not to earn, not for the main purpose of earning income। यानी ਉਹ ਸੰਸਥਾਵਾਂ ਜਿਨ੍ਹਾਂ ਦਾ ਉਦੇਸ਼ ਸਮਾਜ ਦੀ ਭਲਾਈ ਜਾਂ ਇਸ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ ਕਿ ਲੋਕਾਂ ਦਾ ਮਨੋਰੰਜਨ, ਇਲਾਜ, ਕਲਾ ਦਾ ਵਿਕਾਸ, ਗਿਆਨ ਦਾ ਵਾਧਾ, ਤਰੱਕੀ ਅਤੇ ਦਿਸ਼ਾ ਨਿਰਧਾਰਨ ਹੋ ਸਕੇ। ਯਾਨੀ ਇਹਨਾਂ ਦਾ ਮੇਨ ਆਬਜੈਕਟਿਵ ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ। ਇਹਨਾਂ ਦੀ ਐਗਜ਼ਾਮਪਲਸ ਆ ਜਾਂਦੀਆਂ, ਸਾਨੂੰ ਪੁੱਛ ਲੈਂਦੇ ਕਈ ਵਾਰ ਇਹਦੇ ਵਿੱਚ ਮਨੋਰੰਜਨ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਰਾਜਨੀਤਿਕ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਦਵਾਖਾਨੇ, ਹਸਪਤਾਲ, ਲੋਕ ਭਲਾਈ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਸਾਰਵਜਨਿਕ ਪੁਸਤਕਾਲੇ, ਲਾਇਬ੍ਰੇਰੀਆਂ ਹੋ ਗਈਆਂ, ਜਿਵੇਂ ਵਿਦਿਆਰਥੀ ਸੰਗਠਨ, ਕਲੱਬ ਆਦਿ। ਠੀਕ ਹੈ ਜੀ, ਇਹ ਸਾਰੇ ਆ ਜਿਹੜੇ ਨੋਨ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਮੰਨੇ ਜਾਂਦੇ ਆ। ਹੁਣ ਅੱਗੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ, ਦੇਖੋ ਮੀਨਿੰਗ ਦੇ ਵਿੱਚੋਂ ਹੀ ਵਿਸ਼ੇਸ਼ਤਾਵਾਂ ਨਿਕਲਦੀਆਂ ਵਾ। ਜਿਹੜੀਆਂ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਹੁੰਦੀਆਂ ਇਹਨਾਂ ਦਾ ਮੁੱਖ ਉਦੇਸ਼ ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ। ਕੀ ਹੁੰਦੇ ਇਹਨਾਂ ਦੇ ਮੁੱਖ ਉਦੇਸ਼? ਸੋਸ਼ਲ ਵੈਲਫੇਅਰ, ਡਿਵੈਲਪਮੈਂਟ ਆਫ ਐਨੀ ਆਰਟ ਜਾਂ ਫਿਰ ਇੰਟਰਟੇਨਮੈਂਟ ਆਫ ਪੀਪਲ, ਸਮਾਜ ਭਲਾਈ, ਕਲਾ ਦਾ ਵਿਕਾਸ ਜਾਂ ਲੋਕਾਂ ਦਾ ਮਨੋਰੰਜਨ। ਲਾਭ ਕਮਾਉਣਾ ਇਹਨਾਂ ਦਾ ਮੁੱਖ ਉਦੇਸ਼ ਨਹੀਂ ਹੁੰਦਾ। ਇਹਨਾਂ ਦੀ ਇਨਕਮ ਦੇ ਮੇਨ ਸੋਰਸ ਹੁੰਦੇ ਆ ਡੋਨੇਸ਼ਨ, ਸਬਸਕ੍ਰਿਪਸ਼ਨ ਤੇ ਇੰਟਰਸਟ। ਇਹਨਾਂ ਦੇ ਮੀਨਿੰਗ ਆਪਾਂ ਡਿਟੇਲਸ ਕਰਾਂਗੇ ਬਾਅਦ ਚ। ਡੋਨੇਸ਼ਨ, ਸਬਸਕ੍ਰਿਪਸ਼ਨ ਦੇ ਇਹਨਾਂ ਸੰਸਥਾਵਾਂ ਦੀ ਆਪਣੇ ਸੰਸਥਾਪਕਾਂ ਤੋਂ ਵੱਖਰੀ ਪਹਿਚਾਣ ਹੁੰਦੀ ਹੈ, ਸੈਪਰੇਟ ਲੀਗਲ ਐਂਟੀਟੀ ਹੁੰਦੀ ਹੈ ਇਹਨਾਂ ਦੀ, ਮਤਲਬ ਮੈਂਬਰਸ ਆਉਂਦੇ ਰਹਿੰਦੇ ਆ ਜਾਂ ਪ੍ਰਮੋਟਰਸ ਵੀ ਚੇਂਜ ਹੁੰਦੇ ਰਹਿੰਦੇ ਆ। ਇਹ ਜਿਹੜੀਆਂ ਇੰਟਰਟੇਨਮੈਂਟ ਆਰਗੇਨਾਈਜੇਸ਼ਨ, ਰਿਲੀਜੀਅਸ ਆਰਗੇਨਾਈਜੇਸ਼ਨ, ਪੋਲੀਟੀਕਲ ਆਰਗੇਨਾਈਜੇਸ਼ਨ, ਐਜੂਕੇਸ਼ਨਲ ਆਰਗੇਨਾਈਜੇਸ਼ਨਸ, ਹਸਪੀਟਲਸ, social welfare organization, social organization, library, organization of students club ਦੇ ਰੂਪ ਦੇ ਵਿੱਚ ਸਥਾਪਿਤ ਕੀਤੀਆਂ ਜਾ ਸਕਦੀਆਂ।
ਇਹ ਆਰਗੇਨਾਈजेशंस भी साल के एंड दे विच फाइनैशियल स्टेटमेंट प्रिपेयर करते हैं ताकि इन्हों भी इन्हों की एक्टिविटीज़ तो होने वाले रिजल्ट पता लग सकन ते ये भी अपनी फाइनैशियल स्टेटमेंट यानी वित्तीय स्थिति पता करने के लिए बैलेंस शीट बनाते हैं। इन्हों की फाइनैशियल स्टेटमेंट्स दे विच रसीप्ट एंड पेमेंट अकाउंट यानी प्राप्ति ते भुगतान खाता, आमदन अते खर्च खाता अते बैलेंस शीट तैयार की जाती हैं। यानी ये तीन चीज़ें तैयार करते हैं, रसीप्ट एंड पेमेंट अकाउंट, इनकम एंड एक्सपेंडिचर अकाउंट ते बैलेंस शीट। इन्हां संस्थावां दा प्रबंध मैंबरां द्वारा चुने गए प्रबंधकां द्वारा किया जाता है। इन्हां नूं मैनेज कौन करदा वा? मैनेजर्स करदे आ, जिहड़े इन्हां दे जिहड़े मैंबर हुंदे ओह चूज करदे। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਵੀ ਇਹ ਜਿਹੜੀਆਂ ਨੋਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਕੀ ਹੁੰਦੀਆਂ ਜਾਂ ਗੈਰ ਵਪਾਰਿਕ ਸੰਸਥਾਵਾਂ ਕੀ ਹੁੰਦੀਆਂ, ਇਹਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਅਸੀਂ ਇਹਨਾਂ ਦਾ ਡਿਫਰੈਂਸ ਕਰਦੇ ਹਾਂ ਵਪਾਰਿਕ ਸੰਸਥਾਵਾਂ ਨਾਲੋਂ, ਯਾਨੀ ਕਿ ਲਾਭ ਰਹਿਤ ਸੰਸਥਾਵਾਂ ਤੇ ਲਾਭ ਪ੍ਰਾਪਤ ਸੰਗਠਨਾਂ ਦੇ ਵਿੱਚ ਕੀ ਅੰਤਰ ਆ। ਸੋ ਪਹਿਲਾਂ ਤਾਂ ਆਪਾਂ ਪੜ੍ਹਿਆ ਸੀਗਾ ਉਦੇਸ਼ ਹੀ ਆ, ਅਸੀਂ ਪੜ੍ਹਿਆ ਸੀ ਵੀ ਜਿਹੜੀ ਲਾਭ ਰਹਿਤ संगठन होंगे नॉट फॉर प्रॉफिट ऑर्गेनाइजेशन होंगे, इन्हों का मेन ऑब्जेक्टिव सोशल वैलफेयर या सर्विसेज प्रोवाइड करना, जबकि जिहड़े बिजनेस होंदा इन्हों का मुख्य उद्देश्य यानी कि व्यापारिक संगठन होंगे इन्हों का मुख्य उद्देश्य लाभ कमाना। द नेचर ऑफ वर्क काम की प्रकृति जिहड़े लाभ रहित संस्थावां यानी संगठन इन्हों का मुख्य काम लोगों की भलाई मनोरंजन रिलेटेड सर्विसेज प्रोवाइड करना होता है। तो बिजनेस ऑर्गेनाइजेशंस दे विच वस्तुआं यानी गुड्स एंड सर्विसेज दा प्रोडक्शन या ट्रेड किया जाता है। थर्ड आप देखते हैं इन्वेस्टर और निवेशक कौन कौन आ। इन्हां संगठन्स दा जिहड़ियां नॉट फॉर प्रॉफिट ऑर्गेनाइजेशंस आ इन्हां दे निवेशक इन्हां दे मैंबर हुंदे आ जो इन्हां नूं सबसक्रिप्शन या डोनेशन के रूप दे विच फंड प्रोवाइड करदे आ। बिजनेस ऑर्गेनाइजेशन होंगे ਉਹਦੇ ਵਿੱਚ जो इन्वेस्टर होंदा वा ਉਹਨੂੰ ओनर किया जाता वा, वो रिस्क लैके अपनी अमाउंट इन्वेस्ट करता वा। दैन आ गया नतीजा मतलब रिजल्ट। ਜਿਹੜੀਆਂ नॉट फॉर प्रॉफिट ऑर्गेनाइजेशंस ਹੁੰਦੀਆਂ ਵਾ ਜਦੋਂ ਇਹ अपना रिजल्ट ਕੱਢਦੀਆਂ ਵਾ, ਜੇ ਇਹਨਾਂ ਦੀ ਇਨਕਮ ਇਹਨਾਂ ਦੇ ਖਰਚਿਆਂ ਤੋਂ ਜ਼ਿਆਦਾ ਹੁੰਦੀਆਂ ਵਾ ਤਾਂ ਉਹਨੂੰ ਇਹ ਸਰਪਲਸ ਕਹਿੰਦੇ ਆ, ਯਾਨੀ ਵਾਧਾ ਕਿਹਾ ਜਾਂਦਾ ਵਾ ਜਦੋਂ ਇਨਕਮ ਐਕਸਪੈਂਡੀਚਰ ਤੋਂ ਜ਼ਿਆਦਾ। जिस तो उल्ट खर्चे आमदना तो ज्यादा हो जान तो उन्होंने घाटा कहा जाता। पर जी बिजनेस ऑर्गेनाइजेशन जे इनकम ज्यादा वा एक्सपेंडिचर नालों प्रॉफिट किया जाऊगा, जे एक्सपेंडिचर ज्यादा वा इनकम नालों तो उन्होंने लॉस किया जाऊगा। दैन फिफ्थ लाभ दी वंड डिवीजन ऑफ प्रॉफिट के रिगार्डिंग की डिफरेंस आ। नॉट फॉर प्रॉफिट ऑर्गेनाइजेशन प्रॉफिट की डिवीजन नहीं की जाती, यानी कि प्रॉफिट नहीं वंडिया जाता, पर बिजनेस ऑर्गेनाइजेशन च प्रॉफिट नूं मालकां दे विच यानी ओनर्स दे विच डिवाइड कर दिता। फाइनैशियल स्टेटमेंट जिहड़ी नॉट फॉर प्रॉफिट ऑर्गेनाइजेशन है ये अपनी फाइनैशियल स्टेटमेंट दे विच तीन चीज़ां प्रिपेयर करदे आ, प्राप्ति ते भुगतान खाता मतलब रसीद एंड पेमेंट अकाउंट, इनकम एंड एक्सपेंडिचर अकाउंट एंड बैलेंस शीट। और जिहड़ी बिजनेस ऑर्गेनाइजेशन आ वो अपनी फाइनैशियल स्टेटमेंट दे विच ट्रेडिंग अकाउंट, प्रॉफिट एंड लॉस अकाउंट ते बैलेंस शीट प्रिपेयर करते हैं मेनली। नेक्स्ट पॉइंट आ गया मैनेजमेंट या प्रबंध। ये जिहड़ियां संस्थावां होंदियां इन्हां दा प्रबंध मैंबरां द्वारा चुने गए प्रबंधकां द्वारा किया जाता है। नॉट फॉर प्रॉफिट ऑर्गेनाइजेशंस नूं प्रबंधक मैनेज करदे आ, यानी मैनेजर मैनेज करदे आ जो कि मैंबर्स चूज करदे आ। ते बिजनेस ऑर्गेनाइजेशंस नूं मैनेज या तां ओनर करदे आ, मालक करदे आ, या फिर उन्हां द्वारा सैलरी ते अपॉइंट किए हुए मैनेजर का। सो ये सीगियां अपने दोनों का डिफरेंस ये तो ज़्यादा क्लीयर हो जाता वा भी नॉट फॉर प्रॉफिट ऑर्गेनाइजेशंस किस तरह की ऑर्गेनाइजेशंस होंदियां। नैक्सट आ गया साडे कोले लाभ रहित संगठनां नाल संबंधित शब्दावली, स्पैसिफिक टर्म्स रिलेटेड विद नॉट फॉर प्रॉफिट ऑर्गेनाइजेशंस। देखो व्यापारिक संगठन ते गैर व्यापारिक संगठन थोड़े अलग अलग होंगे आ। सो इस करके नॉट फॉर प्रॉफिट ऑर्गेनाइजेशंस होंदियां इन्हां दे विच कुछ स्पैसिफिक टर्म्स यूज कीती जांदियां, कुछ इहो जिहियां टर्म्स यूज कीती जांदियां जिहड़ियां बिजनेस ऑर्गेनाइजेशंस दे विच या तां यूज नहीं कीती जांदियां या फिर उत्थे उन्हां दे इन्ने स्पैसिफिक मीनिंग नहीं हुंदे जिन्ने इच हुंदे आ।
सो ये कुछ रिलेटेड टर्म्स आपां डिटेल दे विच स्टडी करांगे। सो फर्स्ट टर्म इज, क्योंकि कुछ टर्म्स स्पैसिफिक मिलते, चंदा जिवें फर्स्ट इज सबसक्रिप्शन, ये बहुत इंपॉर्टेंट टर्म आ नॉट फॉर प्रॉफिट ऑर्गेनाइजेशंस दे लई, क्योंकि ये मेन सोर्स हुंदा वा किसी भी नॉट फॉर प्रॉफिट ऑर्गेनाइजेशंस दा। नॉट ਆਪਾਂ ਨੂੰ पता ਜਿਹੜੇ नॉट फॉर प्रॉफिट ऑर्गेनाइजेशंस ਹੁੰਦੇ ਆ, ਇਹਨਾਂ ਦੇ ਵਿੱਚ ਮੈਂਬਰ ਹੁੰਦੇ ਆ ਤੇ ਉਹਦੀ ਮੈਂਬਰਸ਼ਿਪ ਨੂੰ ਮੇਨਟੇਨ ਕਰਨ ਦੇ ਲਈ, ਮੈਂਬਰ ਬਣੇ ਰਹਿਣ ਦੇ ਲਈ ਹਰੇਕ ਮੈਂਬਰ ਨੂੰ ਕੁਝ ਫਿਕਸਡ ਅਮਾਉਂਟ ਮੰਥਲੀ ਜਾਂ ਐਨੂਅਲੀ, ਮਾਸਿਕ ਜਾਂ ਸਾਲਾਨਾ ਦੇਣੀ ਪੈਂਦੀ ਆ। ਇਸ ਨਾਲ ਆਰਗੇਨਾਈਜੇਸ਼ਨਸ ਨੂੰ ਪੈਸੇ ਮਿਲਦੇ ਆ ਤੇ ਇਹ ਸੰਸਥਾ ਦੀ ਇਨਕਮ ਹੁੰਦੀ ਆ। ਸੋ ਮੇਨ ਸੋਰਸ ਆ ਕਿਸੇ ਵੀ ਸੰਸਥਾ ਦੀ ਇਨਕਮ ਦਾ, क्योंकि ये संस्था नूं रुपये मिलते हैं, इस करके इनू रिसीप्ट एंड पेमेंट अकाउंट दे विच असीं रिसीप्ट साइड दे विच लिखदे हां ते इनकम एंड एक्सपेंडिचर अकाउंट च यानी आमदन अते खर्च खाते विच इनू आमदन दे तौर ते क्रेडिट पक्ष विच लिखिआ जांदा। हुण जिहड़ा सबसक्रिप्शन हुंदी आ, ये भी डिफरेंट टाइप्स दी हुंदी आ। जे सबसक्रिप्शन किसी स्पैसिफिक ऑब्जेक्टिव विशेष उद्देश्य ਲਈ ਪ੍ਰਾਪਤ ਹੋਈ ਹੋਵੇ ਤਾਂ ਉਹਨੂੰ ਅਸੀਂ ਇਨਕਮ ਟ੍ਰੀਟ ਨਹੀਂ ਕਰ ਸਕਦੇ, ਤਾਂ ਉਹਨੂੰ ਸਾਨੂੰ ਬੈਲੈਂਸ ਸ਼ੀਟ ਦੇ ਵਿੱਚ ਇੱਕ ਲਾਇਬਿਲਿਟੀ ਦੇ ਰੂਪ ਵਿੱਚ ਲਿਖਣਾ ਪਊਗਾ, ਦੇਣਦਾਰੀ ਪੱਖ ਦੇ ਵਿੱਚ ਲਿਖਣਾ। ਯਾਨੀ ਕਿ ਜੇ ਸਬਸਕ੍ਰਿਪਸ਼ਨ ਕਿਸੇ ਸਪੈਸਿਫਿਕ ਪਰਪਸ ਲਈ ਆ, ਉਹ ਸਾਡੀ ਲਾਇਬਿਲਿਟੀ ਹੋ ਜਾਂਦੀ ਹੈ। ਲਾਇਬਿਲਿਟੀ ਇਹ ਉਦੋਂ ਹੁੰਦੀ ਆ ਜਦੋਂ ਜੇ ਸਾਨੂੰ ਸਬਸਕ੍ਰਿਪਸ਼ਨ ਕਿਸੇ ਬਿਲਡਿੰਗ ਦੇ ਕੰਸਟਰਕਸ਼ਨ ਦੇ ਲਈ ਮਿਲੀ ਹੋਵੇ, ਯਾਨੀ ਚੰਦਾ ਭਵਨ ਦੇ ਨਿਰਮਾਣ ਲਈ ਪ੍ਰਾਪਤ ਹੋਇਆ ਹੋਵੇ। ਜੇ ਸਬਸਕ੍ਰਿਪਸ਼ਨ ਯਾਨੀ ਚੰਦਾ ਖੇਡ ਮੁਕਾਬਲੇ ਕਰਾਉਣ ਲਈ ਮਿਲਿਆ ਹੋਵੇ, ਯਾਨੀ ਕੋਈ ਸਪੋਰਟਸ ਇਵੈਂਟ ਕਰਾਉਣਾ ਵਾ। ਜੇ ਚੰਦਾ ਕਿਸੇ ਵਿਸ਼ੇਸ਼ ਉਦੇਸ਼ ਲਈ ਮਿਲਿਆ ਹੋਵੇ, ਕਿਸੇ ਸਪੈਸੀਫਿਕ ਆਬਜੈਕਟਿਵ ਨੂੰ ਪੂਰਾ ਕਰਨ ਦੇ ਲਈ ਮਿਲਿਆ ਕੋਈ ਮਿਲੀ ਹੈ ਸਬਸਕ੍ਰਿਪਸ਼ਨ, ਤਾਂ ਉਹਨੂੰ ਵੀ ਅਸੀਂ ਲਾਇਬਿਲਿਟੀ। ਸੋ ਇਸ ਤਰ੍ਹਾਂ ਜੇ ਸਪੈਸੀਫਿਕ ਪਰਪਸ ਦੇ ਲਈ ਸਬਸਕ੍ਰਿਪਸ਼ਨ ਮਿਲੀ ਆ ਤਾਂ ਉਹ ਲਾਇਬਿਲਿਟੀ ਹੋ ਜਾਏਗੀ। ਨੈਕਸਟ ਸਾਡੇ ਕੋਲ ਟਰਮ ਹੈਗੀ ਆ ਪ੍ਰਵੇਸ਼ ਫੀਸ, ਐਂਟਰੈਂਸ ਫੀਸ। ਤੁਹਾਨੂੰ ਪਤਾ ਆਰਗੇਨਾਈਜੇਸ਼ਨਸ ਦੇ ਵਿੱਚ ਮੈਂਬਰ ਹੁੰਦੇ ਆ, ਸੋ ਮੈਂਬਰ ਆਉਂਦੇ ਰਹਿੰਦੇ ਆ ਤੇ ਮੈਂਬਰ ਜਾਂਦੇ ਰਹਿੰਦੇ ਆ। ਜਦੋਂ ਕਿਸੇ ਪਰਸਨ ਨੇ ਸੰਸਥਾ ਦਾ, ਆਰਗੇਨਾਈਜੇਸ਼ਨਸ ਦਾ ਮੈਂਬਰ ਬਣਨਾ ਵਾ, ਨॉट फॉर प्रॉफिट ਆਰਗੇਨਾਈਜੇਸ਼ਨ ਦਾ ਮੈਂਬਰ ਬਣਨਾ ਵਾ, ਤਾਂ ਉਸ ਨੂੰ ਮੈਂਬਰ ਬਣਨ ਸਮੇਂ ਕੁਝ ਅਮਾਉਂਟ ਜਮ੍ਹਾਂ ਕਰਵਾਉਣੀ ਪੈਂਦੀ ਹੈ। ਇੱਕ ਤਾਂ ਉਹ ਤੋਂ ਐਨੂਅਲ ਚਾਰਜ ਲਿਆ ਜਾਂਦਾ ਜਾਂ ਮੰਥਲੀ ਚਾਰਜ ਲਿਆ ਜਾਂਦਾ। ਇੱਕ ਜਦੋਂ ਮੈਂਬਰ ਬਣਦਾ ਉਦੋਂ ਸਟਾਰਟਿੰਗ ਤੇ ਕੁਝ ਅਮਾਉਂਟ ਲਈ ਜਾਂਦੀ ਆ, ਉਹਨੂੰ ਐਂਟਰੈਂਸ ਫੀਸ ਕਿਹਾ ਜਾਂਦਾ ਵਾ। ਜਦੋਂ ਕਿਸੇ ਕੋਈ ਨਵਾਂ ਮੈਂਬਰ ਬਣਦਾ, ਉਹਨੂੰ ਮੈਂਬਰ ਬਣਨ ਸਮੇਂ ਜਿਹੜੀ ਫੀਸ ਲਈ ਜਾਂਦੀ, ਉਹਨੂੰ ਐਂਟਰੈਂਸ ਫੀਸ ਕਿਹਾ ਜਾਂਦਾ। ਇਹ ਇੱਕ ਵਾਰ ਹੀ ਲਈ ਜਾਂਦੀ ਆ, ਕਿਉਂਕਿ ਇਹ ਸਿਰਫ ਵਨ ਟਾਈਮ ਫੀਸ ਲਈ ਜਾਂਦੀ ਹੈ, ਇਸ ਕਰਕੇ ਇਹਨੂੰ ਆਰਡੀਨਰੀ ਇਨਕਮ ਨਹੀਂ ਮੰਨਿਆ ਜਾਂਦਾ, ਆਮ ਇਨਕਮ ਨਹੀਂ ਮੰਨਿਆ ਜਾਂਦਾ, ਕਿਉਂਕਿ ਉਹ ਇੱਕ ਵਾਰ ਫੀਸ ਦਊਗਾ, ਜਿੰਨੀ ਦੇਰ ਮਰਜ਼ੀ ਮੈਂਬਰ ਬਣਿਆ ਰਹੂਗਾ। ਇਸ ਕਰਕੇ ਇਹਨੂੰ ਕੈਪੀਟਲ ਰਿਸੀਪਟ ਮੰਨਿਆ ਜਾਂਦਾ ਵਾ ਤੇ ਇਹਨੂੰ ਬੈਲੈਂਸ ਸ਼ੀਟ ਦੇ ਵਿੱਚ ਕੈਪੀਟਲ ਫੰਡ ਵਿੱਚ ਜੋੜ ਦਿੱਤਾ ਜਾਂਦਾ। ਇਹ ਡਿਟੇਲ ਦੇ ਵਿੱਚ ਬਾਅਦ ਚ ਸਮਝ ਲੱਗੂਗਾ ਵੀ ਇਹਨੂੰ ਕੈਪੀਟਲ ਫੰਡ ਦੇ ਵਿੱਚ ਕਿਉਂ ਜੋੜਦੇ ਆ। ਦੇਖੋ ਇਹ ਵਨ ਟਾਈਮ ਫੀਸ ਆ, ਸੋ ਸੰਸਥਾ ਦੇ ਵਿੱਚ ਉਹਨੇ ਹੁਣ ਲਗਾਤਾਰ ਮੇਨਟੇਨ ਰਹਿਣਾ ਵਾ ਇੰਨੀ ਅਮਾਉਂਟ ਦੇ ਕੇ, ਇਸ ਕਰਕੇ ਇਹਨੂੰ ਕੈਪੀਟਲ ਫੰਡ ਦੇ ਵਿੱਚ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਦੇ ਵਿੱਚ ਜੋੜ ਲਿਆ। ਹੁਣ ਕਿਉਂਕਿ ਮੈਂਬਰ ਤਾਂ ਲਗਾਤਾਰ ਬਣਦੇ ਰਹਿੰਦੇ ਆ ਤੇ ਕੁਝ ਮੈਂਬਰ ਹਟਦੇ ਵੀ ਰਹਿੰਦੇ ਆ, ਸੋ ਕਿਉਂਕਿ ਇਹ ਜਿਹੜੀ ਆ ਫੀਸ ਲਗਾਤਾਰ ਪ੍ਰਾਪਤ ਹੁੰਦੀ ਆ, ਇਸ ਲਈ ਕਈ ਵਾਰ ਇਸ ਦੇ ਕੁਝ ਹਿੱਸੇ ਨੂੰ ਜਾਂ ਫਿਰ ਸਾਰੀ ਇਨਕਮ ਨੂੰ ਸਧਾਰਨ ਆਮਦਨ ਮੰਨ ਲਿਆ ਜਾਂਦਾ। ਵੈਸੇ ਕੈਪੀਟਲ ਰਿਸੀਪਟ ਹੈ, ਪਰ ਕਈ ਕਦੀ ਇਹਨੂੰ ਰੈਵਨਿਊ ਰਿਸੀਪਟ ਯਾਨੀ ਇਨਕਮ ਵੀ ਦਿਖਾ ਲਿਆ ਜਾਂਦਾ ਵਾ। ਕਦੋਂ ਇਨਕਮ ਦਿਖਾਣੀ ਆ? ਸੋ ਇੱਥੇ ਇਹ ਨੋਟ ਕਰਨਾ ਚਾਹੀਦਾ ਕਿ ਆਮ ਤੌਰ ਤੇ ਤਾਂ ਇਹ ਕੈਪੀਟਲ ਰਿਸੀਪਟ ਹੀ ਆ, ਪਰ ਜੇਕਰ ਕਿਸੇ ਸਪੈਸੀਫਿਕ ਕੁਐਸਚਨ ਦੇ ਵਿੱਚ ਸਾਫ਼ ਤੌਰ ਤੇ ਲਿਖ ਲਿਆ ਵੀ ਇਹ ਰੈਵਨਿਊ ਰਿਸੀਪਟ ਆ ਜਾਂ ਇਹਨੂੰ ਇਨਕਮ ਮੰਨਿਆ ਜਾਵੇ, ਤਾਂ ਉਹਨੂੰ ਅਸੀਂ ਇਨਕਮ ਮੰਨ ਲੈਣਾ। ਐਂਟਰੈਂਸ ਫੀਸ ਕੀ ਹੁੰਦੀ ਹੈ? ਜਦੋਂ ਕੋਈ ਮੈਂਬਰ ਐਂਟਰ ਕਰਦਾ ਵਾ ਆਰਗੇਨਾਈਜੇਸ਼ਨ ਦੇ, ਉਦੋਂ ਜਿਹੜੀ ਅਮਾਉਂਟ ਲਈ। ਨੈਕਸਟ ਹੈ ਗਿਆ ਦਾਨ, ਡੋਨੇਸ਼ਨ। ਦਾਨ ਤਾਂ ਪਤਾ ਹੀ ਆਪਾਂ ਨੂੰ, ਇਹ ਵੀ ਸੰਸਥਾ ਦੀ ਮੇਨ ਸੋਰਸ ਆ ਇਨਕਮ ਦਾ, ਕਿਉਂਕਿ ਆਰਡੀਨਰੀ ਪੀਪਲ ਜਾਂ ਫਿਰ ਜਿਹੜੇ ਮੈਂਬਰ ਹੁੰਦੇ ਆ ਉਹ ਟਾਈਮ ਟੂ ਟਾਈਮ ਡੋਨੇਸ਼ਨ ਦਾਨ ਕਰਦੇ ਰਹਿੰਦੇ ਆ। ਜਿਹੜੀ ਡੋਨੇਸ਼ਨ ਆ ਦੋ ਤਰ੍ਹਾਂ ਦੀ ਹੋ ਸਕਦੀ ਹੈ, ਦੈਟ ਇਜ਼ ਸਾਧਾਰਨ ਦਾਨ, ਮਤਲਬ ਜਨਰਲ ਡੋਨੇਸ਼ਨ। ਜਨਰਲ ਡੋਨੇਸ਼ਨ ਤੋਂ ਭਾਵ ਸਿਰਫ ਇੱਕੋ ਹੀ ਆ ਵੀ ਡੋਨੇਸ਼ਨ ਦੇਣ ਲੱਗੇ ਅਗਲੇ ਨੇ ਕੁਝ ਨਹੀਂ ਕਿਹਾ ਵੀ ਇਹਦਾ ਕੀ ਕਰਨਾ ਵਾ,
ਤਾਂ ਜਿਹੜੀ ਆਰਗੇਨਾਈਜੇਸ਼ਨ ਆ ਉਹਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਉਦੇਸ਼ ਦੇ ਲਈ ਵਰਤ ਸਕਦੀ ਹੈ। ਇਸ ਕਰਕੇ ਸੰਸਥਾ ਇਹਨੂੰ ਆਪਣੀ ਇਨਕਮ ਮੰਨੂਗੀ ਤੇ ਉਹਨੂੰ ਰਿਸੀਪਟ ਐਂਡ ਪੇਮੈਂਟ ਅਕਾਊਂਟ 'ਚ ਰਿਸੀਪਟ ਸਾਈਡ ਤੇ ਇਨਕਮ ਐਂਡ ਐਕਸਪੈਂਡੀਚਰ 'ਚ ਇਨਕਮ ਸਾਈਡ ਲਿਖ ਲਏਗੀ। ਕਈ ਵਾਰ ਜਿਹੜਾ ਦਾਨ ਹੁੰਦਾ ਉਹ ਵਿਸ਼ੇਸ਼ ਦਾਨ ਹੁੰਦਾ, ਸਪੈਸੀਫਿਕ ਡੋਨੇਸ਼ਨ। ਮਤਲਬ ਵਿਸ਼ੇਸ਼ ਦਾਨ ਇਹ ਕਿਵੇਂ ਹੋ ਗਿਆ, ਅਗਲੇ ਨੇ ਜਦੋਂ ਡੋਨੇਸ਼ਨ ਕੀਤੀ ਉਹਨੇ ਕਹਿਤਾ ਵੀ ਇਹਦਾ ਤੁਸੀਂ ਇਹੀ ਯੂਜ਼ ਕਰਨਾ, ਮਤਲਬ ਇਹਦੀ ਤੁਸੀਂ ਬਿਲਡਿੰਗ ਹੀ ਬਣਾਉਣੀ ਆ, ਜਾਂ ਇਹਦਾ ਤੁਸੀਂ ਸਪੋਰਟਸ ਇਵੈਂਟ ਹੀ ਕਰਾਉਣਾ ਵਾ, ਜਾਂ ਫਿਰ ਇਹਦੀਆਂ ਬੁੱਕਸ ਹੀ ਖਰੀਦਣੀਆਂ ਵਾ। ਸੋ ਇਸ ਤਰ੍ਹਾਂ ਦਾ ਜਦੋਂ ਪਰਪਸ ਨਾਲ ਕਲੀਅਰ ਕਰ ਦਿੱਤਾ ਜਾਂਦਾ ਡੋਨੇਸ਼ਨ ਤੇ, ਉਸ ਨੂੰ ਫਿਰ ਸਪੈਸੀਫਿਕ ਡੋਨੇਸ਼ਨ ਕਿਹਾ ਜਾਂਦਾ ਵਾ। ਹੁਣ ਇਹ ਆਰਗੇਨਾਈਜੇਸ਼ਨ ਆ ਜਿਹੜੀ ਜਿਹਨੂੰ ਇਹ ਮਿਲਿਆ ਵਾ ਉਹ ਆਪਣੀ ਇੱਛਾ ਅਨੁਸਾਰ ਖਰਚ ਨਹੀਂ ਕਰ ਸਕਦੀ, ਇਸ ਕਰਕੇ ਇਹਨੂੰ ਇਨਕਮ ਨਹੀਂ ਮੰਨਿਆ ਜਾਂਦਾ। ਇਹ ਰਿਸੀਪਟ ਐਂਡ ਪੇਮੈਂਟ ਅਕਾਊਂਟ 'ਚ ਤਾਂ ਰਿਸੀਪਟ ਸਾਈਡ ਆਏਗੀ, ਪਰ ਇਨਕਮ ਐਂਡ ਐਕਸਪੈਂਡੀਚਰ 'ਚ ਇਹਨੂੰ ਨਹੀਂ ਲਿਖਿਆ ਜਾਊਗਾ, ਕਿਉਂਕਿ ਇਹ ਹੁਣ ਇੱਕ ਸਪੈਸੀਫਿਕ ਪਰਪਸ ਲਈ ਮਿਲੀ ਆ। ਕਿਉਂਕਿ ਇਹ ਇਨਕਮ ਨਹੀਂ ਹੈਗੀ, ਇਸ ਕਰਕੇ ਇਹਨੂੰ ਬੈਲੈਂਸ ਸ਼ੀਟ 'ਚ ਲਾਇਬਿਲਿਟੀ ਸਾਈਡ ਲਿਖਿਆ ਜਾਊਗਾ। ਇਹਨੂੰ ਅਲੱਗ ਲਿਖ ਦਾਂਗੇ, ਜਿੱਥੇ ਤਾਈਂ ਉਹ ਪਰਪਸ ਪੂਰਾ ਨਹੀਂ ਹੁੰਦਾ ਉੱਥੇ ਤਾਈਂ ਇਹ ਲਾਇਬਿਲਿਟੀ ਰਹੂਗੀ। ਕਦੋਂ ਕਦੋਂ ਹੋ ਸਕਦੀ ਆ, ਆਪਾਂ ਪਹਿਲਾਂ ਵੀ ਕੀਤਾ ਸੀ, ਬਿਲਡਿੰਗ ਬਣਾਉਣ ਦੇ ਲਈ, ਕਿਸੇ ਸਪੈਸੀਫਿਕ ਇਵੈਂਟ ਕਰਾਉਣ ਦੇ ਲਈ, ਕਿਸੇ ਸਪੈਸੀਫਿਕ ਆਬਜੈਕਟ। ਨੈਕਸਟ ਹੈਗਾ ਆਪਣੇ ਕੋਲੇ ਟਰਮ ਵਸੀਅਤ ਅਨੁਸਾਰ ਦਾਨ, ਲੈਜੇਸੀ। ਸਭ ਤੋਂ ਇੰਪੋਰਟੈਂਟ ਟਰਮ ਆ ਇਸ ਚੈਪਟਰ ਦੀ। ਲੈਜੇਸੀ ਕੀ ਹੁੰਦਾ ਵਾ, ਜਦੋਂ ਕਿਸੇ ਸੰਸਥਾ ਨੂੰ ਕੋਈ ਅਮਾਊਂਟ ਮਿਲਦੀ ਆ, ਕੁਝ ਰਕਮ ਮਿਲਦੀ ਆ ਕਿਸੇ ਵਿਲ ਦੇ ਅਕੋਰਡਿੰਗਲੀ, ਕਿਸੇ ਵਸੀਅਤ ਦੇ ਅਕੋਰਡਿੰਗਲੀ। ਮਤਲਬ ਕੋਈ ਪਰਸਨ ਜਿਹੜਾ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹ ਆਪਣੀ ਵਸੀਅਤ ਦੇ ਵਿੱਚ ਲਿਖ ਕੇ ਚਲੇ ਜਾਂਦਾ ਵੀ ਇਸ ਆਰਗੇਨਾਈਜੇਸ਼ਨ ਨੂੰ ਇੰਨੇ ਰੁਪਏ ਮੇਰੇ ਵੱਲੋਂ ਦਿੱਤੇ ਜਾਣਗੇ, ਤੇ ਨਾਲ ਉਹ ਜਿਹੜੇ ਰੁਪਏ ਦਿੱਤੇ ਜਾਣਗੇ ਤੇ ਉਹ ਲਿਖ ਦਿੰਦਾ ਵੀ ਇਸ ਪਰਪਸ ਲਈ ਦਿੱਤੇ ਜਾਣਗੇ। ਤਾਂ ਇਹ ਜਿਹੜੀ ਅਮਾਊਂਟ ਰਿਸੀਵ ਹੁੰਦੀ ਆ ਇਹ ਕੈਪੀਟਲ ਰਿਸੀਪਟ ਬਣ ਜਾਂਦੀ ਹੈ, ਕਿਉਂਕਿ ਵਸੀਅਤ ਦੇ ਵਿੱਚ ਲਿਖਿਆ ਹੁੰਦਾ ਵੀ ਕਾਹਦੇ ਲਈ ਦਿੱਤੀ ਆ ਉਹਨੇ। ਸੋ ਇਸ ਕਰਕੇ ਇਹਨੂੰ ਇਨਕਮ ਤਾਂ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਉਹ ਆਪਣੀ ਇੱਛਾ ਅਨੁਸਾਰ ਇਹਨੂੰ ਸਪੈਂਡ ਨਹੀਂ ਕਰ ਸਕਦੇ। ਇਸ ਕਰਕੇ ਇਹਨੂੰ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਰਿਸੀਪਟ ਐਂਡ ਪੇਮੈਂਟ ਅਕਾਊਂਟ 'ਚ ਰਿਸੀਪਟ ਸਾਈਡ ਤਾਂ ਲਿਖਦੇ ਆ, ਪਰ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਇਹਨੂੰ ਨਹੀਂ ਲਿਖਿਆ ਜਾਂਦਾ। ਇਹਨੂੰ ਬੈਲੈਂਸ ਸ਼ੀਟ ਦੇ ਵਿੱਚ ਲਾਇਬਿਲਿਟੀ ਸਾਈਡ ਦੇ ਉੱਤੇ ਲਿਖਿਆ ਜਾਂਦਾ ਵਾ। ਲੈਜੇਸੀ ਨੂੰ ਬੈਲੈਂਸ ਸ਼ੀਟ 'ਚ ਲਾਇਬਿਲਿਟੀ ਸਾਈਡ, ਇਹ ਵਸੀਅਤ ਅਨੁਸਾਰ ਦਾਨ ਹੋਇਆ। ਨੈਕਸਟ ਟਰਮ ਹੈਗੀ ਹੈ ਸਾਡੇ ਕੋਲੇ ਇੰਡੋਮੈਂਟ ਫੰਡ। ਇੰਡੋਮੈਂਟ ਫੰਡ ਇਹ ਦੇਖੋ, ਇਹ ਵੀ ਇੱਕ ਸਪੈਸੀਫਿਕ ਟਾਈਪ ਦਾ ਦਾਨ ਹੁੰਦਾ ਵਾ, ਬਟ ਇਹਦੇ 'ਚ ਅੱਗੇ ਜਾ ਕੇ ਡਿਫਰੈਂਸ ਪੈ ਜਾਂਦਾ। ਦੇਖੋ, ਕਿਸੇ ਪਰਸਨ ਨੇ ਸਾਨੂੰ ਕੋਈ ਡੋਨੇਸ਼ਨ ਦਿੱਤੀ। ਡੋਨੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਸਧਾਰਨ ਤੇ ਸਪੈਸੀਫਿਕ। ਡੋਨੇਸ਼ਨ ਦਿੱਤੀ ਉਹ ਸਪੈਸੀਫਿਕ ਡੋਨੇਸ਼ਨ ਸੀਗੀ, ਉਹ ਸਪੈਸੀਫਿਕ ਡੋਨੇਸ਼ਨ ਸੀ। ਫਿਰ ਸਪੈਸੀਫਿਕ ਡੋਨੇਸ਼ਨ ਤੇ ਇੰਡੋਮੈਂਟ ਫੰਡ 'ਚ ਕੀ ਫਰਕ ਆ? ਇੱਥੇ ਇਹ ਫਰਕ ਆ ਵੀ ਜਿਹੜੀ ਸਪੈਸੀਫਿਕ ਡੋਨੇਸ਼ਨ ਹੁੰਦੀ ਆ ਉਹ ਕਿਸੇ ਖਾਸ ਪਰਪਸ ਲਈ ਹੁੰਦੀ ਆ, ਉਹਦੀ ਸਾਰੀ ਅਮਾਊਂਟ ਅਸੀਂ ਸਪੈਂਡ ਕਰ ਦੇਣੀ ਹੁੰਦੀ ਆ। ਬਟ ਇੰਡੋਮੈਂਟ ਫੰਡ ਹੁੰਦਾ ਜਿਹੜਾ, ਇਹਦੇ ਵਿੱਚ ਕੀ ਹੁੰਦਾ, ਪਰਸਨ ਦਾਨ ਦੇ ਦਿੰਦਾ, ਉਹ ਸਾਨੂੰ ਦੱਸਦਾ ਵਾ ਵੀ ਤੁਸੀਂ ਇਸ ਕੰਮ ਲਈ ਇਹ ਦਾਨ ਯੂਜ਼ ਕਰਨਾ ਵਾ, ਪਰ ਨਾਲ ਇੱਕ ਕੰਡੀਸ਼ਨ ਲਾ ਦਿੰਦਾ ਵੀ ਜਿੰਨੇ ਰੁਪਏ ਮੈਂ ਦਿੱਤੇ ਆ ਉਸ ਰੁਪਏ ਤੁਸੀਂ ਯੂਜ਼ ਨਹੀਂ ਕਰਨੇ, ਉਹਨਾਂ ਰੁਪਈਆਂ ਨੂੰ ਤੁਸੀਂ ਇਨਵੈਸਟ ਕਰਨਾ ਵਾ, ਜਾਂ ਐਫਡੀ ਕਰਨੀ ਆ, ਜਾਂ ਕਿਸੇ ਹੋਰ ਜਗ੍ਹਾ ਤੇ ਇਨਵੈਸਟ ਕਰਨਾ ਵਾ। ਜੋ ਉਹ ਤੋਂ ਇਨਕਮ ਆਊਗੀ ਤੁਸੀਂ ਸਿਰਫ ਉਹ ਇਨਕਮ ਨੂੰ ਸਪੈਂਡ ਕਰਕੇ ਉਹ ਸਪੈਸੀਫਿਕ ਐਕਟੀਵਿਟੀ ਕਰਨੀ ਆ, ਜਾਂ ਜੋ ਮੈਂ ਕਿਹਾ ਉਹ ਕਰਨਾ। ਯਾਨੀ ਇਹਦੇ ਵਿੱਚ ਮੇਨ ਅਮਾਊਂਟ ਨੂੰ ਅਸੀਂ ਨਹੀਂ ਛੇੜਨਾ ਹੁੰਦਾ। ਜੋ ਸਾਨੂੰ ਐਨੂਅਲ ਇਨਕਮ ਪ੍ਰਾਪਤ ਹੋਊਗੀ ਉਸ ਨੂੰ ਸਪੈਸੀਫਿਕ ਆਬਜੈਕਟਿਵ ਲਈ ਹੀ ਖਰਚ ਕਰਨਾ ਵਾ। ਸੋ ਕਿਉਂਕਿ ਇਹ ਅਸੀਂ ਮੇਨ ਅਮਾਊਂਟ ਯੂਜ਼ ਨਹੀਂ ਕਰ ਸਕਦੇ, ਇਸ ਕਰਕੇ ਇਹ ਕੈਪੀਟਲ ਰਿਸੀਪਟ ਹੁੰਦੀ ਆ, ਇਸ ਸੰਸਥਾ ਦੀ ਇਨਕਮ ਨਹੀਂ ਹੁੰਦੀ, ਕਿਉਂਕਿ ਸੰਸਥਾ ਇਹਨੂੰ ਆਪਣੀ ਇੱਛਾ ਅਨੁਸਾਰ ਯੂਜ਼ ਨਹੀਂ ਕਰ ਸਕਦੀ। ਇਸ ਕਰਕੇ ਇਹਨੂੰ ਵੀ ਬੈਲੈਂਸ ਸ਼ੀਟ ਵਾਲ ਵਿੱਚ ਲਾਇਬਿਲਿਟੀ ਸਾਈਡ ਦਿਖਾਉਂਦੇ ਆ ਤੇ ਰਿਸੀਪਟ ਐਂਡ ਪੇਮੈਂਟ 'ਚ ਰਿਸੀਪਟ ਸਾਈਡ ਦਿਖਾਉਂਦੇ ਆ। ਇਨਕਮ ਐਂਡ ਐਕਸਪੈਂਡੀਚਰ 'ਚ ਇਹਨੂੰ ਨਹੀਂ ਲਿਖਿਆ ਜਾਂਦਾ। ਜੋ ਸਾਨੂੰ ਇਹ ਤੋਂ ਇਨਕਮ ਹੁੰਦੀ ਆ ਉਹ ਵੀ ਸਾਡੀ ਇਨਕਮ ਨਹੀਂ ਹੁੰਦੀ। ਸਪੈਸੀਫਿਕ ਫੰਡ ਜਦੋਂ ਅਸੀਂ ਇਨਵੈਸਟ ਕਰ ਦਿੰਦੇ ਉਹ ਤੋਂ ਜੋ ਵਿਆਜ ਮਿਲਦਾ ਉਹਨੂੰ ਵੀ ਅਸੀਂ ਇਨਕਮ ਟ੍ਰੀਟ ਨਹੀਂ ਕਰਦੇ, ਉਹ ਵਿਆਜ ਨੂੰ ਵੀ ਬੈਲੈਂਸ ਸ਼ੀਟ ਦੇ ਵਿੱਚ ਜਿਹੜਾ ਫੰਡ ਲਿਖਿਆ ਹੁੰਦਾ ਲਾਇਬਿਲਿਟੀ ਸਾਈਡ ਉਹਦੇ ਵਿੱਚ ਹੀ ਜਮ੍ਹਾਂ ਕਰਦੇ ਆ। ਜਦੋਂ ਅਸੀਂ ਕੋਈ ਐਕਟੀਵਿਟੀ ਕਰਦੇ ਆ ਤਾਂ ਉਹਦੇ ਵਿੱਚੋਂ ਉਹ ਖਰਚਾ ਘਟਾ ਦਿੱਤਾ ਜਾਂਦਾ ਵਾ। ਇਹ ਸਾਰੀ ਜਿਹੜੀ ਪ੍ਰੋਸੈਸ ਆ ਇਹਨੂੰ ਫੰਡ ਆਧਾਰਿਤ ਲੇਖਾ ਵਿਧੀ ਵੀ ਕਿਹਾ ਜਾਂਦਾ, ਫੰਡ ਬੇਸਡ ਅਕਾਊਂਟਿੰਗ ਵੀ ਕਿਹਾ ਜਾਂਦਾ। ਯਾਨੀ ਕੋਈ ਕਿਸੇ ਨੇ ਸਾਨੂੰ ਸਪੈਸੀਫਿਕ ਫੰਡ ਦਿੱਤਾ, ਨਾਲ ਕਹਤਾ ਵੀ ਇਹ ਅਮਾਊਂਟ ਨੂੰ, ਜਿਵੇਂ 1 ਲੱਖ ਰੁਪਏ ਦਿੱਤਾ, ਉਹਨੇ ਕਹਿੰਦਾ 1 ਲੱਖ ਰੁਪਏ ਅਸੀਂ ਨਹੀਂ ਛੇੜਨਾ,
1 ਲੱਖ रुपए की FD कराओ, उत्ते जिहड़ा 5000 विआज आऊगा, तुसीं वो 5000 नाल खर्चा करना वा, 1 ਲੱਖ नहीं छेड़ना। फिर अगले साल 5 आऊगा, तुसीं वो 5000 रुपये ही खर्चना। जिहड़ा 5000 सानूं मिलूगा वो भी साडी इनकम नहीं है, 1 ਲੱਖ भी इनकम नहीं है। 1 ਲੱਖ ਅਸੀਂ बैलेंस शीट 'ਚ लाइबिलिटी साइड लिखांगे, इंडोमेंट फंड 5000 ਨੂੰ ਅਸੀਂ 1 ਲੱਖ ਦੇ ਵਿੱਚ ਜੋੜ ਦਾਂਗੇ, 1 ਲੱਖ 5000 ਹੋ ਜਾਊਗਾ। ਜਿੰਨਾ ਖਰਚਾ ਕੀਤਾ 5000 ਉਸ ਸਾਲ ਜਾਂ 4000 ਉਹ 'ਚੋਂ ਅਸੀਂ ਘਟਾ ਦਾਂਗੇ ਤੇ ਫੰਡ ਬੇਸਡ ਅਕਾਊਂਟਿੰਗ ਹੋਊਗੀ। ਨੈਕਸਟ ਆਗਾ ਸਾਡੇ ਕੋਲ ਸਰਕਾਰੀ ਸਹਾਇਤਾ, ਗਵਰਨਮੈਂਟ ਗ੍ਰਾਂਟ। ਗਵਰਨਮੈਂਟ ਗ੍ਰਾਂਟ ਦਾ ਨਾਮ ਤੋਂ ਕਲੀਅਰ ਆ, ਜਦੋਂ ਗਵਰਨਮੈਂਟ ਕਿਸੇ ਤਰ੍ਹਾਂ ਦੀ ਕੋਈ ਡੋਨੇਸ਼ਨ ਜਾਂ ਕੋਈ ਹੈਲਪ ਦਿੰਦੀ ਆ ਤਾਂ ਉਹਨੂੰ ਅਸੀਂ ਗਵਰਨਮੈਂਟ ਗ੍ਰਾਂਟ ਕਿਹਾ ਜਾਂਦਾ ਵਾ। ਉਹਨੂੰ ਇਹ ਆਰਥਿਕ ਮਦਦ ਹੁੰਦੀ ਹੈ, ਯਾਨੀ ਕਿ ਕੁਝ ਪੈਸੇ ਵਗੈਰਾ ਦਿੱਤੇ ਜਾਂਦੇ ਆ। ਇਹ ਵੀ ਦੋ ਤਰ੍ਹਾਂ ਦੀ ਹੋ ਸਕਦੀ ਹੈ। ਸਧਾਰਨ ਸਹਾਇਤਾ, ਸਧਾਰਨ ਸਹਾਇਤਾ ਦੇ ਵਿੱਚ ਕੀ ਆ, ਗਵਰਨਮੈਂਟ ਬਿਨਾਂ ਕਿਸੇ ਕੋਈ ਸਪੈਸੀਫਿਕ ਆਬਜੈਕਟਿਵ ਦੇ ਕੋਈ ਡੋਨੇਸ਼ਨ ਦੇ ਦਿੰਦੀ ਹੈ, ਸੰਸਥਾ ਨੂੰ ਆਪਣੀ ਇੱਛਾ ਅਨੁਸਾਰ ਯੂਜ਼ ਕਰ ਸਕਦੀ ਆ। ਇਸ ਕਰਕੇ ਇਹ ਸੰਸਥਾ ਦੀ ਇਨਕਮ ਹੁੰਦੀ ਆ ਤੇ ਇਹਨੂੰ ਰਿਸੀਪਟ ਐਂਡ ਪੇਮੈਂਟ ਅਕਾਊਂਟ 'ਚ ਰਿਸੀਪਟ ਸਾਈਡ ਤੇ ਬੈਲੈਂਸ ਸ਼ੀਟ ਇਨਕਮ ਐਂਡ ਐਕਸਪੈਂਡੀਚਰ 'ਚ ਇਨਕਮ ਸਾਈਡ ਲਿਖਿਆ ਜਾਂਦਾ ਵਾ। ਇੱਦਾਂ ਇੱਕ ਸਪੈਸੀਫਿਕ ਸਹਾਇਤਾ ਹੁੰਦੀ ਹੈ, ਕੁਝ ਵਿਸ਼ੇਸ਼ ਉਦੇਸ਼ਾਂ ਨੂੰ ਪੂਰਾ ਕਰਨ ਲਈ ਗਵਰਨਮੈਂਟ ਕੋਈ ਡੋਨੇਸ਼ਨ ਕੋਈ ਸਹਾਇਤਾ ਕਰਦੀ ਹੈ, ਕੋਈ ਹੈਲਪ ਕਰਦੀ ਆ, ਤਾਂ ਉਹ ਸਿਰਫ ਉਸੇ ਆਬਜੈਕਟਿਵ ਨੂੰ ਪੂਰਾ ਕਰਨ ਦੇ ਲਈ ਯੂਜ਼ ਕੀਤੀ ਜਾ ਸਕਦੀ ਹੈ। ਇਸ ਕਰਕੇ ਉਹ ਸੰਸਥਾ ਦੀ ਇਨਕਮ ਨਹੀਂ ਹੁੰਦੀ, ਉਹ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਨਹੀਂ ਆਊਗੀ, ਪਰ ਪ੍ਰਾਪਤੀਆਂ ਭੁਗਤਾਨ ਖਾਤੇ ਦੇ ਵਿੱਚ ਉਹ ਰਿਸੀਪਟ ਸਾਈਡ ਆਊਗੀ ਤੇ ਬੈਲੈਂਸ ਸ਼ੀਟ ਦੇ ਵਿੱਚ ਉਹ ਲਾਇਬਿਲਿਟੀ ਸਾਈਡ ਦੇ ਵਿੱਚ ਲਿਖੀ ਜਾਊਗੀ। ਜਿਹੜੀਆਂ ਮੇਨ ਸਾਨੂੰ ਸਪੈਸੀਫਿਕ ਆਬਜੈਕਟਿਵ ਲਈ ਗ੍ਰਾਂਟ ਮਿਲਦੀ ਹੈ, ਉਹ ਜਾਂ ਤਾਂ ਬਿਲਡਿੰਗ ਬਣਾਉਣ ਲਈ ਮਿਲ ਸਕਦੀ ਹੈ, ਜਾਂ ਕੋਈ ਸਪੋਰਟਸ ਇਵੈਂਟ ਕਰਾਉਣ ਲਈ ਮਿਲ ਸਕਦੀ ਹੈ, ਜਾਂ ਕਿਸੇ ਹੋਰ ਤਰ੍ਹਾਂ ਦੀ ਵਿਸ਼ੇਸ਼ ਐਕਟੀਵਿਟੀ ਲਈ ਮਿਲ ਸਕਦੀ ਹੈ। ਨੈਕਸਟ ਹੈਗਾ ਸਾਡੇ ਕੋਲ ਜੀਵਨ ਪਰ ਮੈਂਬਰਸ਼ਿਪ ਫੀਸ, ਲਾਈਫ ਮੈਂਬਰਸ਼ਿਪ ਫੀਸ। ਦੇਖੋ ਆਪਾਂ ਮੈਂਬਰਸ਼ਿਪ ਫੀਸ ਕੀਤੀ ਸੀ ਵੀ ਜਦੋਂ ਵੀ ਕੋਈ ਮੈਂਬਰ ਬਣਦਾ ਵਾ, ਠੀਕ ਆ, ਉਹਨੂੰ ਕੁਝ ਅਮਾਊਂਟ ਜਮ੍ਹਾਂ ਕਰਾਉਣੀ ਪੈਂਦੀ ਹੈ, ਉਹਨੂੰ ਮੈਂਬਰਸ਼ਿਪ ਫੀਸ ਕਹਿੰਦੇ ਆ। ਹੁਣ ਉਹ ਕੀ ਆ ਵੀ ਮੈਂਬਰ ਬਣ ਰਿਹਾ ਵਾ, ਠੀਕ ਆ, ਫਿਰ ਉਹਨੂੰ ਮੈਂਬਰਸ਼ਿਪ ਫੀਸ ਦੇਣੀ ਪੈਂਦੀ ਆ, ਫਿਰ ਉਹਨੂੰ ਮੰਥਲੀ ਚਾਰਜਸ ਵੀ ਦੇਣੇ ਪੈਂਦੇ ਆ, ਯਾਨੀ ਕਿ ਜਿਹੜੀ ਸਬਸਕ੍ਰਿਪਸ਼ਨ ਕਹਿੰਦੇ ਆਪਾਂ ਨੂੰ। ਹੁਣ ਜਦੋਂ ਕਈ ਵਾਰ ਕੋਈ ਮੈਂਬਰ ਬਣਦਾ ਵਾ, ਉਹ ਕਹਿੰਦਾ ਵਾ ਵੀ ਮੈਂ ਨਾ ਹਰ ਮਹੀਨੇ ਰੁਪਈਏ ਨਹੀਂ ਦੇਣੇ ਜਾਂ ਹਰ ਸਾਲ ਰੁਪਈਏ ਨਹੀਂ ਦੇਣੇ, ਜਿੰਨੇ ਰੁਪਈਏ ਲੈਣੇ ਆ ਮੈਨੂੰ ਤੁਸੀਂ ਇਕੱਠੇ ਹੀ ਲੈ ਲਓ, ਸਾਰੇ ਜੀਵਨ ਭਰ ਦੀ ਫੀਸ ਇਕੱਠੀ ਹੀ ਲੈ ਲਓ। ਤਾਂ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜਿਹੜੀ ਜੋ ਅਮਾਊਂਟ ਪ੍ਰਾਪਤ ਹੁੰਦੀ ਆ ਉਹਨੂੰ ਲਾਈਫ ਮੈਂਬਰਸ਼ਿਪ ਫੀਸ ਕਿਹਾ ਜਾਂਦਾ ਵਾ, ਲਾਈਫ ਮੈਂਬਰਸ਼ਿਪ ਫੀਸ। ਇਹ ਕਿਉਂਕਿ ਉਸਨੇ ਵਨ ਟਾਈਮ ਪੇਮੈਂਟ ਕਰ ਦੇਣੀ ਆ ਪੂਰੀ ਲਾਈਫ ਦੇ ਲਈ, ਇਸ ਕਰਕੇ ਇਹਨੂੰ ਅਸੀਂ ਆਰਡੀਨਰੀ ਇਨਕਮ ਤਾਂ ਮੰਨ ਨਹੀਂ ਸਕਦੇ। ਸੋ ਇਸ ਕਰਕੇ ਇਹਨੂੰ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਕਰਦੇ ਹੋਏ ਰਿਸੀਪਟ ਸਾਈਡ ਇਨਕਮ ਐਂਡ ਰਿਸੀਪਟ ਐਂਡ ਪੇਮੈਂਟ ਅਕਾਊਂਟ 'ਚ ਰਿਸੀਪਟ ਸਾਈਡ ਲਿਖ ਲੈਣਾ ਵਾ ਤੇ ਬੈਲੈਂਸ ਸ਼ੀਟ ਦੇ ਵਿੱਚ ਇਹਨੂੰ ਲਾਇਬਿਲਿਟੀ ਸਾਈਡ ਦੇ ਵਿੱਚ ਲਿਖਣਾ ਵਾ ਤੇ ਕੈਪੀਟਲ ਫੰਡ ਦੇ ਵਿੱਚ ਇਹਨੂੰ ਐਡ ਕਰ ਦੇਣਾ ਲਾਈਫ ਮੈਂਬਰਸ਼ਿਪ ਫੀਸ। ਯਾਨੀ ਕਿ ਇਹ ਵੀ ਇਨਕਮ ਨਹੀਂ ਹੁੰਦੀ ਕਿਉਂਕਿ ਇਹ ਵਨ ਟਾਈਮ ਮਿਲਣੀ ਹੈ ਤੇ ਸਾਰੀ ਉਮਰ ਉਹਨੇ ਮੈਂਬਰ ਬਣਿਆ। ਨੈਕਸਟ ਹੈਗਾ ਆਪਣੇ ਕੋਲੇ ਮਾਨ ਸਨਮਾਨ ਦੇ ਤੌਰ ਤੇ ਭੁਗਤਾਨ ਹੋਨੋਰੇਰੀਅਮ। ਦੇਖੋ ਇਹ ਜਿਹੜੀਆਂ ਸੰਸਥਾਵਾਂ ਹੁੰਦੀਆਂ ਇਹਨਾਂ ਦਾ ਮੇਨ ਆਬਜੈਕਟਿਵ ਜਾਂ ਤਾਂ ਸੋਸ਼ਲ ਵਰਕ ਕਰਨਾ ਹੁੰਦਾ, ਕੋਈ ਸਰਵਿਸਿਜ਼ ਪ੍ਰੋਵਾਈਡ ਕਰਨਾ ਜਾਂ ਲੋਕਾਂ ਦੀ ਐਂਟਰਟੇਨਮੈਂਟ ਕਰਨਾ। ਇਸ ਕਰਕੇ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਵਾ ਟਾਈਮ ਟੂ ਟਾਈਮ ਫੇਮਸ ਪਰਸਨੈਲਿਟੀਜ਼ ਨੂੰ, ਡਾਕਟਰ ਨੂੰ, ਪਲੇਅਰਸ ਨੂੰ, ਕਲਾਕਾਰਾਂ ਨੂੰ, ਕਥਾਵਾਚਕਾਂ ਨੂੰ ਬੁਲਾਉਂਦੀਆਂ ਰਹਿੰਦੀਆਂ ਵਾ। ਜਦੋਂ ਉਹਨਾਂ ਨੂੰ ਬੁਲਾਉਂਦੀਆਂ ਉਹਨਾਂ ਦੇ ਕੁਝ ਅਮਾਊਂਟ ਸਪੈਂਡ ਹੁੰਦੀ ਆ, ਉਹਨਾਂ ਨੂੰ ਕੋਈ ਗਿਫਟ ਦੇਣੇ ਹੁੰਦੇ ਆ, ਉਹਨਾਂ ਦਾ ਮਾਨ ਸਨਮਾਨ ਕਰਨਾ ਹੁੰਦਾ ਵਾ। ਤੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਹੁੰਦੇ ਆ ਜਦੋਂ ਇਹੋ ਜਿਹੀਆਂ ਸੰਸਥਾਵਾਂ ਦੇ ਵਿੱਚ ਆਉਂਦੇ ਆ ਉਹ ਐਜ਼ ਏ ਫੀਸ ਤਾਂ ਕੁਝ ਵੀ ਨਹੀਂ ਲੈਂਦੇ, ਪਰ ਉਹਨਾਂ ਨੂੰ ਉਪਹਾਰ ਦਿੱਤੇ ਜਾਂਦੇ ਆ ਮਾਨ ਸਨਮਾਨ ਦੇ ਤੌਰ ਤੇ। ਇਹਨਾਂ ਦਾ ਜਿਹੜਾ ਖਰਚ ਹੁੰਦਾ ਵਾ ਉਹਨਾਂ ਨੂੰ ਉਸ ਖਰਚ ਨੂੰ ਹੋਨੋਰੇਰੀਅਮ ਕਿਹਾ ਜਾਂਦਾ। ਸੋ ਇਹ ਜਿਹੜਾ ਖਰਚਾ ਉਹਨੂੰ ਹੋਨੋਰੇਰੀਅਮ ਕਿਹਾ ਜਾਊਗਾ। ਇਸ ਕਰਕੇ ਕਿਉਂਕਿ ਇਹ ਖਰਚਾ, ਇਸ ਕਰਕੇ ਇਹਨੂੰ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਕਰਦੇ ਹੋਏ ਰਿਸੀਪਟ ਐਂਡ ਪੇਮੈਂਟ ਅਕਾਊਂਟ 'ਚ ਪੇਮੈਂਟ ਸਾਈਡ ਤੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਐਕਸਪੈਂਡੀਚਰ ਸਾਈਡ ਮਤਲਬ ਡੈਬਿਟ ਸਾਈਡ। ਵਿਸ਼ੇਸ਼ ਫੰਡ, ਸਪੈਸ਼ਲ ਫੰਡ, ਵਿਸ਼ੇਸ਼ ਫੰਡ। ਦੇਖੋ ਆਪਾਂ ਐਂਡੋਮੈਂਟ ਫੰਡ ਕੀਤਾ ਸੀਗਾ, ਉਹ ਵੀ ਇੱਕ ਵਿਸ਼ੇਸ਼ ਫੰਡ ਸੀਗਾ। ਦੇਖੋ ਕਈ ਵਾਰ ਆਰਗੇਨਾਈਜੇਸ਼ਨਸ ਆ ਉਹ ਫੰਡ ਆਧਾਰਿਤ ਲੇਖਾਵਧੀ ਕਰਦੀਆਂ ਵਾ। ਉਹ ਕੀ ਕਰਦੀਆਂ ਵਾ, ਹਰੇਕ ਚੀਜ਼ ਦਾ ਇੱਕ ਫੰਡ ਬਣਾ ਲੈਂਦੀਆਂ ਵਾ, ਜਿੰਨਾ ਉਸ ਫੰਡ ਤੋਂ ਇਨਕਮ ਹੁੰਦੀ ਉਸ ਫੰਡ ਦੇ ਵਿੱਚ ਐਡ ਕਰ ਦਿੰਦੀਆਂ ਵਾ, ਜੋ ਉਸ ਫੰਡ ਦੇ ਰਿਗਾਰਡਿੰਗ ਖਰਚਾ ਹੁੰਦਾ ਉਸ ਦੇ ਵਿੱਚੋਂ ਲੈਸ ਕਰ ਦਿੰਦੀਆਂ ਵਾ। ਇਸ ਤਰ੍ਹਾਂ ਦਾ ਮੈਥਡ ਅਡਾਪਟ ਕਰਦੀਆਂ ਵਾ। ਸੋ ਜਦੋਂ ਕਿਸੇ ਸੰਸਥਾ ਦੁਆਰਾ ਕਿਸੇ ਕੰਮ ਲਈ ਵਿਸ਼ੇਸ਼ ਫੰਡ ਬਣਾਇਆ ਜਾਂਦਾ ਵਾ ਤੇ ਇਸ ਫੰਡ ਦੇ ਸੰਬੰਧਿਤ ਜਦੋਂ ਵੀ ਉਹਨੂੰ ਕੋਈ ਡੋਨੇਸ਼ਨ ਪ੍ਰਾਪਤ ਹੁੰਦੀ ਆ ਜਾਂ ਇਨਕਮ ਪ੍ਰਾਪਤ ਹੁੰਦੀ ਆ ਤਾਂ ਉਸ ਫੰਡ ਦੇ ਵਿੱਚ ਐਡ ਕਰ ਦਿੱਤੀ ਜਾਂਦੀ ਆ, ਜੋ ਕਿ ਬੈਲੈਂਸ ਸ਼ੀਟ 'ਚ ਲਿਖਿਆ ਹੁੰਦਾ ਵਾ। ਉਹ ਫੰਡ ਨੂੰ ਅਸੀਂ ਬੈਲੈਂਸ ਸ਼ੀਟ 'ਚ ਰੱਖਦੇ ਆ ਲਾਇਬਿਲਿਟੀ ਸਾਈਡ, ਉਸ ਫੰਡ ਦੇ ਵਿੱਚ ਉਹ ਅਮਾਊਂਟ ਐਡ ਹੋ ਜਾਂਦੀ ਆ ਤੇ ਜਦੋਂ ਵੀ ਕੁਝ ਉਹਦੇ ਵਿੱਚ ਸਪੈਂਡ ਹੁੰਦਾ ਵਾ ਤਾਂ ਉਸ ਫੰਡ ਦੇ ਵਿੱਚੋਂ ਹੀ ਲੈਸ ਕਰ ਦਿੰਦੇ ਆ। ਇਹ ਜਿਹੜੇ ਫੰਡ ਆ ਬਿਲਡਿੰਗ ਬਣਾਉਣ ਲਈ,
ਪ੍ਰਾਈਜ਼ ਡਿਸਟ੍ਰੀਬਿਊਸ਼ਨ ਲਈ, ਸਪੋਰਟਸ ਕਰਵਾਉਣ ਲਈ ਹੋ ਸਕਦੇ ਆ। ਆਰਗੇਨਾਈਜੇਸ਼ਨ ਇਹਨਾਂ ਨੂੰ ਆਪਣੀ ਇੱਛਾ ਅਨੁਸਾਰ ਨਹੀਂ ਯੂਜ਼ ਕਰ ਸਕਦੀ, ਇਸ ਕਰਕੇ ਇਹਨੂੰ ਆਪਣੀ ਇਨਕਮ ਨਹੀਂ ਮੰਨ ਸਕਦੀ। ਸੋ ਇਸ ਕਰਕੇ ਜੇ ਇਹਨੂੰ ਲਿਖਣਾ ਵਾ ਤਾਂ ਰਸੀਪਟ ਐਂਡ ਪੇਮੈਂਟ ਅਕਾਊਂਟ 'ਚ ਰਸੀਪਟ ਸਾਈਡ ਲਿਖਿਆ ਜਾਊਗਾ ਤੇ ਬੈਲੈਂਸ ਸ਼ੀਟ ਦੇ ਵਿੱਚ ਲਾਇਬਿਲਿਟੀ ਸਾਈਡ ਉਸ ਫੰਡ ਦਾ ਨਾਮ ਲਿਖ ਕੇ ਉਹਨੂੰ ਲਿਖ ਦਿੱਤਾ ਜਾਊਗਾ। ਜਦੋਂ ਵੀ ਕੋਈ ਇਨਕਮ ਹੋਊਗੀ ਉਹ 'ਚ ਐਡ ਕੀਤੀ ਜਾਊਗੀ, ਜਦੋਂ ਵੀ ਖਰਚਾ ਹੋਊਗਾ ਉਹਨੂੰ ਘਟਾ ਦਿੱਤਾ ਜਾਊਗਾ। ਬੈਲੈਂਸ ਸ਼ੀਟ ਦੇ ਵਿੱਚ ਪਿਆ ਰਹੂਗਾ। ਜੇ ਕਿਸੇ ਵੇਲੇ ਉਸ ਫੰਡ ਦੀ ਰਕਮ ਤੋਂ ਵੱਧ ਖਰਚ ਹੋ ਜਾਂਦਾ ਵਾ ਤਾਂ ਜਿੰਨਾ ਖਰਚ ਵੱਧ ਹੋਇਆ ਵਾ ਉਹਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਐਕਸਪੈਂਡੀਚਰ ਸਾਈਡ ਯਾਨੀ ਡੈਬਿਟ ਸਾਈਡ ਸ਼ੋ ਕਰ ਦਿੰਦੇ। ਇਸ ਤੋਂ ਬਾਅਦ ਨੈਕਸਟ ਆਉਂਦੇ ਆ ਇਨਵੈਸਟਮੈਂਟ, ਨਿਵੇਸ਼। ਇਨਵੈਸਟਮੈਂਟ ਹੁੰਦੀ ਹੈ ਜਦੋਂ ਅਸੀਂ ਆਪਣੇ ਫੰਡ ਕੁਝ ਇਨਕਮ ਅਰਨ ਕਰਨ ਦੇ ਉਦੇਸ਼ ਨਾਲ ਸੰਸਥਾ ਤੋਂ ਬਾਹਰ ਕਿਤੇ ਲਗਾ ਦਿੰਦੇ ਆ, ਯਾਨੀ ਕਿ ਜਾਂ ਉਹਦੀ FD ਕਰਾ ਦਿੱਤੀ ਜਾਂਦੀ ਹੈ ਜਾਂ ਉਹਦੇ ਸ਼ੇਅਰਸ ਖਰੀਦ ਲਿੱਤੇ ਜਾਂਦੇ ਆ ਕਿਸੇ ਵੀ ਤਰ੍ਹਾਂ। ਇਹਦੇ ਵਿੱਚ ਜਿਹੜਾ ਇਨਵੈਸਟਮੈਂਟ ਹੁੰਦੀ ਆ ਉਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਆਮ ਨਿਵੇਸ਼ ਹੁੰਦਾ ਵਾ ਜਾਂ ਜਿਹਨੂੰ ਆਪਾਂ ਕਹਿੰਦੇ ਜਨਰਲ ਫੰਡ ਇਨਵੈਸਟਮੈਂਟ। ਇਸ ਤਰ੍ਹਾਂ ਦੀ ਜਿਹੜੀ ਨਿਵੇਸ਼ ਹੁੰਦਾ ਯਾਨੀ ਇਨਵੈਸਟਮੈਂਟ ਹੁੰਦੀ ਹੈ ਜਿਹਨੂੰ ਜਨਰਲ ਇਨਵੈਸਟਮੈਂਟ ਕਹਿੰਦੇ, ਉਹ ਤੋਂ ਜਿਹੜਾ ਇੰਟਰਸਟ ਮਿਲਦਾ ਜਾਂ ਇਨਕਮ ਮਿਲਦੀ ਆ ਉਹਨੂੰ ਇਨਕਮ ਮੰਨਿਆ ਜਾਂਦਾ ਵਾ, ਤੇ ਜੋ ਵੀ ਰੁਪਈਏ ਮਿਲਦੇ ਆ ਉਹਨੂੰ ਇਨਕਮ ਮੰਨਿਆ ਜਾਂਦਾ ਵਾ। ਤੇ ਇਹਨੂੰ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਕਰਦੇ ਹੋਏ ਰਸੀਪਟ ਸਾਈਡ, ਰਸੀਪਟ ਐਂਡ ਪੇਮੈਂਟ ਅਕਾਊਂਟ 'ਚ ਰਸੀਪਟ ਸਾਈਡ ਤੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਇਨਕਮ ਸਾਈਡ ਲਿਖਿਆ ਜਾਂਦਾ ਵਾ। ਸਪੈਸ਼ਲ ਇਨਵੈਸਟਮੈਂਟ ਇੱਕ ਹੁੰਦੀ ਹੈ ਸਪੈਸ਼ਲ ਇਨਵੈਸਟਮੈਂਟ ਔਰ ਸਪੈਸੀਫਿਕ ਫੰਡ ਇਨਵੈਸਟਮੈਂਟ, ਜਿਵੇਂ ਆਪਾਂ ਇੰਡੋਮੈਂਟ ਫੰਡ ਕੀਤਾ ਸੀਗਾ ਜਾਂ ਫੰਡ ਬੇਸਡ ਅਕਾਊਂਟਿੰਗ 'ਚ ਕੀਤਾ ਸੀ। ਇਸ ਤਰ੍ਹਾਂ ਜਿਹੜੀ ਸਪੈਸ਼ਲ ਇਨਵੈਸਟਮੈਂਟ ਹੁੰਦੀ ਆ ਉਹਦੇ ਵਿੱਚ ਜਿਹੜੇ ਰੁਪਈਏ ਮਿਲਦੇ ਆ ਐਜ਼ ਏ ਇਨਕਮ ਉਹਨੂੰ ਜਨਰਲ ਇਨਕਮ ਨਹੀਂ ਮੰਨਿਆ ਜਾਂਦਾ, ਨਹੀਂ ਉਹਨੂੰ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਐਜ਼ ਏ ਇਨਕਮ ਨਹੀਂ ਲਿਖਿਆ ਜਾਂਦਾ, ਉਹਨੂੰ ਉਸ ਫੰਡ ਦੇ ਵਿੱਚ ਹੀ ਐਡ ਕਰ ਦਿੱਤਾ ਜਾਂਦਾ ਵਾ ਜਿੱਥੇ ਉਹ ਫੰਡ ਲਿਖਿਆ ਹੁੰਦਾ। ਕਿੱਥੇ ਲਿਖਿਆ ਹੁੰਦਾ ਫੰਡ? ਬੈਲੈਂਸ ਸ਼ੀਟ 'ਚ ਲਾਇਬਿਲਿਟੀ ਸਾਈਡ ਲਿਖਿਆ ਹੁੰਦਾ, ਉਹਦੇ ਵਿੱਚ ਹੀ ਉਹ ਜੋੜ ਦਿੱਤਾ ਜਾਂਦਾ। ਵਰਤੋਯੋਗ ਮਾਲ, ਕੰਜ਼ਿਊਮੇਬਲ ਗੁੱਡਸ। ਦੇਖੋ ਜਿਹੜੇ ਕਲੱਬਸ ਹੁੰਦੇ ਆ ਜਿਵੇਂ ਮਨੋਰੰਜਨ ਕਲੱਬ ਜਾਂ ਫਿਰ ਸਪੋਰਟਸ ਕਲੱਬ ਹੁੰਦੇ ਆ, ਇਹਨਾਂ ਕੋਲ ਕੁਝ ਆਈਟਮਸ ਹੁੰਦੀਆਂ ਵਾ ਜਿਹੜੀਆਂ ਉੱਥੇ ਯੂਜ਼ ਕੀਤੀਆਂ ਜਾਂਦੀਆਂ। ਜਿਵੇਂ ਸਪੋਰਟਸ ਕਲੱਬ ਆ ਉਹਦੇ 'ਚ ਖੇਡਣ ਦਾ ਸਮਾਨ ਹੋਊਗਾ, ਸਪੋਰਟਸ ਮਟੀਰੀਅਲ ਹੋਊਗਾ, ਬਾਲਸ ਹੋਣਗੇ, ਰੈਕਟ ਹੋਣਗੇ, ਜੋ ਵੀ ਸਮਾਨ ਹੁੰਦਾ ਵਾ ਉਹ ਟਾਈਮ ਟੂ ਟਾਈਮ ਯੂਜ਼ ਹੁੰਦਾ ਰਹਿੰਦਾ ਵਾ। ਹੁਣ ਇਹ ਕੀ ਕਰਦੇ ਆ, ਆਪਣੇ ਕੋਲੇ ਸਟਾਕ ਵੀ ਰੱਖਦੇ ਆ, ਉਹਦਾ ਨਵਾਂ ਪਰਚੇਜ਼ ਵੀ ਕਰਦੇ ਆ, ਸਾਲ ਦੇ ਐਂਡ 'ਚ ਵੀ ਇਹਨਾਂ ਕੋਲੇ ਸਟਾਕ ਬਚਿਆ ਪਿਆ ਹੁੰਦਾ ਵਾ। ਇਹ ਕਿਉਂਕਿ ਇਹਨਾਂ ਦਾ ਮੇਨ ਪਰਪਸ ਹੀ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਵਾ, ਇਸ ਕਰਕੇ ਜਿੰਨਾ ਸਮਾਨ ਯੂਜ਼ ਹੁੰਦਾ ਵਾ ਉਹ ਇਸ ਸੰਸਥਾਵਾਂ ਦਾ ਖਰਚਾ ਹੁੰਦਾ ਵਾ ਤੇ ਉਹਨੂੰ ਉਹ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਐਕਸਪੈਂਡੀਚਰ ਸਾਈਡ ਲਿਖ ਦਿੰਦੇ ਆ। ਤੇ ਕਈ ਵਾਰੀ ਸਾਰਾ ਸਮਾਨ ਨਗਦ ਖਰੀਦਦੇ ਆ ਤਾਂ ਕੈਸ਼ ਚੋਂ ਘੱਟ ਜਾਏਗਾ, ਜੇ ਉਧਾਰ ਖਰੀਦਦੇ ਆ ਉਹਨੂੰ ਬੈਲੈਂਸ ਸ਼ੀਟ ਸਾਈਡ ਲਿਖ ਦਿੱਤਾ ਜਾਂਦਾ ਵਾ। ਜਿਹੜੀ ਜੋ ਸਟਾਕ ਬਚਿਆ ਪਿਆ ਹੁੰਦਾ ਐਂਡ ਦੇ ਵਿੱਚ ਉਹਨੂੰ ਵੀ ਬੈਲੈਂਸ ਸ਼ੀਟ ਸਾਈਡ ਦੇ ਵਿੱਚ ਐਸੈਟ ਸਾਈਡ ਲਿਖਿਆ ਜਾਂਦਾ ਵਾ। ਜੋ ਕਿਸੇ ਦੇ ਰੁਪਈਏ ਦੇਣੇ ਉਹਨੂੰ ਦੇਣਦਾਰੀ ਸਾਈਡ ਤੇ ਲਿਖਿਆ ਜਾਂਦਾ ਵਾ। ਸੋ ਕਈ ਵਾਰ ਸਾਨੂੰ ਇਹ ਦੇਖਣਾ ਪੈਂਦਾ ਵੀ ਕਿੰਨਾ ਸਮਾਨ ਯੂਜ਼ ਹੋ ਗਿਆ, ਤਾਂ ਉਹਦੇ ਲਈ ਅਸੀਂ ਫਾਰਮੂਲਾ ਯੂਜ਼ ਕਰਦੇ ਹਾਂ। ਜਿੰਨੀਆਂ ਸਾਲ ਦੇ ਵਿੱਚ ਕੰਜ਼ਿਊਮੇਬਲ ਗੁੱਡਸ ਸ਼ੁਰੂ 'ਚ ਪਈਆਂ ਹੁੰਦੀਆਂ ਉਹਨਾਂ ਨੂੰ ਲੈ ਲੈਂਦੇ ਆ, ਉਹਦੇ ਵਿੱਚ ਜਿੰਨੀਆਂ ਹੋਰ ਗੁੱਡਸ ਖਰੀਦੀਆਂ ਉਹ ਜੋੜ ਲੈਂਦੇ ਆ, ਇਸ ਤਰ੍ਹਾਂ ਟੋਟਲ ਗੁੱਡਸ ਬਣ ਜਾਂਦੀਆਂ ਸਾਡੇ ਕੋਲੇ। ਉਹਦੇ ਵਿੱਚ ਜਿੰਨੀਆਂ ਸਾਲ ਦੇ ਐਂਡ ਦੇ ਵਿੱਚ ਬਚ ਗਈਆਂ ਕਲੋਜ਼ਿੰਗ ਸਟਾਕ ਆਫ ਕੰਜ਼ਿਊਮੇਬਲ ਗੁੱਡਸ ਉਹਨੂੰ ਘਟਾ ਦਿੰਦੇ ਆ। ਸੋ ਜੋ ਨੈਟ ਬਚ ਜਾਂਦਾ ਹੈ ਹੁੰਦਾ ਐਕਸਪੈਂਸਿਸ ਔਨ ਕੰਜ਼ਿਊਮੇਬਲ ਗੁੱਡਸ, ਯਾਨੀ ਕਿ ਜਿਹੜੀਆਂ ਗੁੱਡਸ ਅਸੀਂ ਯੂਜ਼ ਕਰ ਲਈਆਂ ਉਹਨਾਂ ਦੇ ਕਿੰਨਾ ਅਮਾਊਂਟ ਖਰਚਾ ਹੈ ਉਹ ਨਿਕਲ ਜਾਂਦੇ ਤੇ ਇਹਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਪੋਸਟ ਕਰ ਦਿੰਦੇ ਹਾਂ। ਯਾਨੀ ਕਿ ਫਾਰਮੂਲਾ ਬਣ ਗਿਆ ਓਪਨਿੰਗ ਸਟਾਕ ਪਲੱਸ ਪਰਚੇਜ਼ ਮਾਈਨਸ ਕਲੋਜ਼ਿੰਗ ਸਟਾਕ। ਥੈਂਕਸ ਫॉर ਵਾਚਿੰਗ। ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ।